ਸ੍ਰੀ ਵਾਹਿਗੁਰੂ ਸਾਹਿਬ ਜੀ। ਭੈ ਵਿੱਚ ਧਰਤ ਅਗਾਸ ਹੈ, ਨਿਰਾਧਾਰ ਭੈ ਭਾਰ ਧਰਾਇਆ। ਪੌਣ ਪਾਣੀ ਬੈ ਸੰਤਰੋ, ਭੈ ਵਿੱਚ ਰੱਖੈ ਮੇਲ ਮਿਲਾਇਆ। ਪਾਣੀ ਅੰਦਰ ਧਰਤ ਧਰ, ਵਿਣ ਥੰਮਾ ਆਗਾਸ ਰਹਾਇਆ। ਕਾਠੈ ਅੰਦਰ ਅਗਨ ਧਰ, ਕਰ ਪ੍ਰਫੁੱਲਤ ਸੁਫਲ ਫਲਾਇਆ। ਨਵੀ ਦੁਆਰੀ ਪਵਨ ਧਰ, ਭੈ ਵਿੱਚ ਸੂਰਜ ਚੰਦ ਚਲਾਇਆ। ਨਿਰਭਉ ਆਪ ਨਿਰੰਜਨ ਰਾਇਆ, ਨਿਰਭਉ ਆਪ ਨਿਰੰਜਨ ਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ, ਦੀਨਾ ਬੰਧੂ ਜੋਤੀ ਸਵੈ ਰੂਪ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 18ਵੀਂ ਵਾਰ ਦੀ 5ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਦੇ ਵਿੱਚ ਗੁਰਬਾਣੀ ਦੀ ਹੀ ਵਿਆਖਿਆ ਕਰਦੇ ਹੈ। ਭਾਈ ਗੁਰਦਾਸ ਸਾਹਿਬ ਦਾ ਕੋਈ ਵੱਖਰਾ ਸਿਧਾਂਤ ਨਹੀਂ ਹੈ। ਜੋ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਉਪਦੇਸ਼ ਦਿੱਤਾ, ਸ਼ਬਦ ਉਚਾਰ ਕੇ ਜੋ ਸਿੱਖਿਆ ਮਹਾਰਾਜ ਨੇ ਦਿੱਤੀ ਹੈ, ਗੁਰਬਾਣੀ ਦੇ ਸ਼ਬਦਾਂ ਦੀ ਹੀ ਵਿਆਖਿਆ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਕੀਤੀ ਹੈ। ਇਸ 5ਵੀਂ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਸ਼ਬਦ ਦੀ ਇਹਨਾਂ ਅੰਮ੍ਰਿਤ ਬੋਲਾਂ ਦੀ ਵਿਆਖਿਆ ਕਰਦੇ ਹੈ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਆਸਾ ਦੀ ਵਾਰ ਵਿੱਚ ਆਪਾਂ ਇਹ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਦੇ। ਸੂਰਜ ਵੀ ਪ੍ਰਭੂ ਦੇ ਭੈ ਵਿੱਚ ਹੈ, ਚੰਦ ਵੀ ਉਹਦੇ ਭੈ ਵਿੱਚ ਹੈ, ਮਤਲਬ ਉਹਦੀ ਆਗਿਆ ਦੇ ਵਿੱਚ ਹੈ। ਕੋਹ ਕਰੋੜੀ ਚਲਤ ਨ ਅੰਤ, ਕਰੋੜਾਂ ਕੋਹ ਇਹ ਪੈਂਡਾ ਤੈਅ ਕਰਦੇ ਹੈ, ਚੱਲਦੇ ਹੈ। ਕਿੰਨਾ ਕੁ ਚੱਲਦੇ, ਕੋਈ ਅੰਤ ਨਹੀਂ। ਸਾਰਾ ਕੁਝ ਜਿੰਨੀ ਵੀ ਕੁਦਰਤ ਹੈ, ਇਹ ਸਾਰੀ ਪਰਮਾਤਮਾ ਦੇ ਭੈ ਦੇ ਵਿੱਚ ਹੈ। ਆਪਣੇ ਹੁਕਮ ਦੇ ਵਿੱਚ ਉਸਨੇ ਇਸ ਸਾਰੀ ਹੀ ਕੁਦਰਤ ਨੂੰ ਟਿਕਾਇਆ ਹੋਇਆ ਹੈ। ਆਪ ਇਹਦੇ ਵਿੱਚ ਵਸਦਾ ਹੋਇਆ ਵੀ ਨਿਰਲੇਪ ਹੈ। ਸੋ ਆਓ, ਭਾਈ ਗੁਰਦਾਸ ਜੀ ਇਸ ਪੌੜੀ ਰਾਹੀਂ ਸਾਨੂੰ ਉਪਦੇਸ਼ ਬਖਸ਼ ਰਹੇ ਹੈ।
ਵਾਹਿਗੁਰੂ ਜੀ। ਭੈ ਵਿੱਚ ਧਰਤ ਅਗਾਸ ਹੈ, ਨਿਰਾਧਾਰ ਭੈ ਭਾਰ ਧਰਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਧਰਤੀ ਆਕਾਸ਼ ਇਹ ਪਰਮਾਤਮਾ ਦੇ ਭੈ ਦੇ ਵਿੱਚ ਹਨ। ਨਿਰਾਧਾਰ ਭੈ ਭਾਰ ਧਰਾਇਆ। ਪਰਮਾਤਮਾ ਆਪ ਨਿਰਾਧਾਰ ਹੈ, ਉਹਨੂੰ ਕਿਸੇ ਦਾ ਆਸਰਾ ਨਹੀਂ। ਦੁਨੀਆ ਦੀ ਹਰ ਵਸਤੂ ਉਹ ਕਿਸੇ ਨਾ ਕਿਸੇ ਆਸਰੇ ਕਰਕੇ ਖਲੋਤੀ ਹੈ, ਪਰ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਕਿਸੇ ਦਾ ਆਸਰਾ ਨਹੀਂ ਹੈ। ਮਨੁੱਖ ਨੂੰ ਵੀ ਆਸਰਾ ਹੈ, ਪਸ਼ੂਆਂ ਪੰਛੀਆਂ ਨੂੰ ਵੀ ਉਹਨੇ ਆਸਰਾ ਦਿੱਤਾ ਹੈ। ਇੱਥੋਂ ਤੱਕ ਇਹ ਦਰਖਤ, ਇਹ ਪੱਥਰ, ਇਹ ਸੂਰਜ, ਇਹ ਚੰਦ, ਇਹ ਤਾਰੇ ਸਾਰੇ ਉਹਦੇ ਆਸਰੇ ਨੇ, ਉਹਨੇ ਟਿਕਾਏ ਨੇ ਥਾਉ ਥਾਈਂ। ਪਰਮਾਤਮਾ ਆਪ ਆਸਰੇ ਤੋਂ ਰਹਿਤ ਹੈ। ਬਾਕੀ ਜੋ ਕੁਝ ਅਸੀਂ ਦੇਖਦੇ ਹਾਂ ਸਾਰਾ ਆਸਰੇ ਦੇ ਸਹਿਤ ਹੈ। ਨਿਰਾਧਾਰ ਭੈ ਭਾਰ ਧਰਾਇਆ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਭੈ ਦੇ ਭਾਰ ਨਾਲ ਰੱਖਿਆ ਹੋਇਆ ਹੈ। ਸਾਰੇ ਉਹਦੇ ਭੈ ਵਿੱਚ ਹਨ। ਧਰਤੀ ਵੀ ਉਹਦੇ ਭੈ ਵਿੱਚ ਹੀ ਇਹ ਘੁੰਮ ਰਹੀ ਹੈ। ਧਰਤੀ ਘੁੰਮਦੀ ਹੈ ਤਾਂ ਹੀ ਦਿਨ ਰਾਤ ਬਣਦੇ ਹੈ। ਦਿਨ ਰਾਤੀ ਜਿਨ ਬਣਾਈਆਂ, ਇੱਕ ਥਾਂ 'ਤੇ ਖਲੋਤੀ ਨਹੀਂ ਹੈ, ਉਹਦੇ ਭੈ ਵਿੱਚ ਹੈ। ਔਰ ਕਦੇ ਰੁਕਦੀ ਵੀ ਨਹੀਂ, ਕਦੇ ਵਿਸ਼ਰਾਮ ਨਹੀਂ ਕਰਦੀ। ਬੰਦਾ ਥੱਕ ਜਾਵੇ ਸੌਂ ਜਾਂਦਾ ਹੈ, ਪਰ ਇਹ ਥੱਕਦੀ ਵੀ ਨਹੀਂ, ਕਿਉਂਕਿ ਇਹਨੂੰ ਆਸਰਾ ਹੈ ਪਰਮਾਤਮਾ ਦਾ। ਸ੍ਰਿਸ਼ਟੀ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਜੋ ਕੁਝ ਵੀ ਹੈ ਸਾਰਿਆਂ ਨੂੰ ਪ੍ਰਭੂ ਦਾ ਆਸਰਾ ਹੈ। ਸਾਰੇ ਉਹਦੇ ਭੈ ਵਿੱਚ ਨੇ, ਉਹਦੀ ਆਗਿਆ ਵਿੱਚ ਨੇ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰੇ ਹੀ ਉਹਦੇ ਹੁਕਮ ਦੇ ਵਿੱਚ ਹਨ। ਸੋ ਆਪਣੀ ਭੈ ਦੇ ਭਾਰ ਵਿੱਚ ਇਸ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਰੱਖਿਆ ਹੈ। ਪੌਣ ਪਾਣੀ ਬੈ ਸੰਤਰੋ, ਭੈ ਵਿੱਚ ਰੱਖੈ ਮੇਲ ਮਿਲਾਇਆ। ਪੌਣ ਹਵਾ, ਪਾਣੀ ਅਤੇ ਅਗਨੀ, ਇਹਨਾਂ ਨੂੰ ਆਪਣੇ ਭੈ ਵਿੱਚ ਰੱਖ ਕੇ ਆਪੋ ਵਿੱਚ ਇਹਨਾਂ ਦਾ ਮੇਲ ਕਰਾ ਦਿੱਤਾ ਪਰਮਾਤਮਾ ਨੇ। ਆਪਸੀ ਮੇਲ ਵਿੱਚ ਇਹਨਾਂ ਨੂੰ ਮਿਲਾ ਦਿੱਤਾ ਹੈ। ਇਹ ਜਿਹੜੇ ਤੱਤ ਨੇ, ਪਰਮਾਤਮਾ ਨੇ ਇਹਨਾਂ ਨੂੰ ਮੇਲ ਕੇ ਰੱਖਿਆ ਹੋਇਆ ਹੈ। ਸਮੁੰਦਰ ਕਿੰਨਾ ਪਾਣੀ ਹੈ, ਵਿੱਚ ਬੜਵਾ ਅਗਨੀ ਵੀ ਪਰਮਾਤਮਾ ਨੇ ਟਿਕਾਈ ਹੈ। ਤੋ ਜਿਹੜੇ ਵਿਰੋਧੀ ਤੱਤ ਨੇ ਨਾ, ਭਾਈ ਗੁਰਦਾਸ ਜੀ ਕਹਿੰਦੇ ਇੱਕ ਦੂਜੇ ਦੇ, ਵਾਹਿਗੁਰੂ ਨੇ ਉਹਨਾਂ ਨੂੰ ਆਪਸ ਵਿੱਚ ਮੇਲ ਕੇ ਰੱਖਿਆ ਹੈ। ਸਰੀਰ ਦੇ ਵਿੱਚ ਸਾਡੇ ਅਗਨੀ ਤੱਤ ਵੀ ਹੈ ਅਤੇ ਪਾਣੀ ਦਾ ਤੱਤ ਵੀ ਹੈ। ਅੱਗ ਅਤੇ ਪਾਣੀ ਦਾ ਕੋਈ ਮੇਲ ਨਹੀਂ ਹੁੰਦਾ, ਪਰ ਪਰਮਾਤਮਾ ਨੇ ਇੱਕ ਥਾਂ 'ਤੇ ਇਹਨਾਂ ਨੂੰ ਰੱਖਿਆ ਹੈ, ਇੱਕ ਸਰੀਰ ਵਿੱਚ। ਸੋ ਇਹ ਜਿਹੜੇ ਤੱਤ ਨੇ ਆਪਣੇ ਭੈ ਵਿੱਚ ਰੱਖ ਕੇ ਪਰਮਾਤਮਾ ਨੇ ਆਪਸ ਵਿੱਚ ਇਹਨਾਂ ਦਾ ਮੇਲ ਮਿਲਾ ਦਿੱਤਾ ਹੈ। ਪਾਣੀ ਅੰਦਰ ਧਰਤ ਧਰ, ਵਿਣ ਥੰਮਾ ਆਗਾਸ ਰਹਾਇਆ। ਪਾਣੀ ਦੇ ਵਿੱਚ ਪਰਮਾਤਮਾ ਨੇ ਇਹ ਧਰਤੀ ਰੱਖੀ ਹੈ, ਇਹ ਪਾਣੀ ਦੇ ਉੱਤੇ ਤੈਰਦੀ ਹੈ। ਵਿਣ ਥੰਮਾ ਆਗਾਸ ਰਹਾਇਆ। ਥੰਮਾ ਤੋਂ ਬਿਨਾਂ ਹੀ ਪਰਮਾਤਮਾ ਨੇ ਆਕਾਸ਼ ਰੱਖਿਆ ਹੋਇਆ ਹੈ। ਆਕਾਸ਼ ਨੂੰ ਬਿਨਾਂ ਹੀ ਥੰਮਾ ਤੋਂ ਟਿਕਾਇਆ ਹੋਇਆ ਹੈ। ਆਕਾਸ਼ ਦਾ ਮਤਲਬ ਇਹ ਨਹੀਂ ਵੀ ਜਿਹੜਾ ਉੱਤੇ ਤਾਂ ਸਾਨੂੰ ਨੀਲਾ ਨੀਲਾ ਦਿਸਦਾ ਹੈ। ਆਕਾਸ਼ ਇੱਕ ਤੱਤ ਹੈ, ਸਾਰੀਆਂ ਥਾਵਾਂ 'ਤੇ ਹੈ, ਜਿਹੜਾ ਵਿਆਪਕ ਸਾਰੇ ਬ੍ਰਹਿਮੰਡ ਦੇ ਵਿੱਚ ਹੈ। ਅਤੇ ਫਿਰ ਆਕਾਸ਼ ਤੱਤ ਜਿਹੜਾ ਨਾ, ਪਰਮਾਤਮਾ ਨੇ ਇੱਦਾਂ ਹੀ ਬਿਨਾਂ ਹੀ ਆਸਰੇ ਤੋਂ ਟਿਕਾਇਆ ਹੈ, ਹਰ ਥਾਂ 'ਤੇ ਹੈ। ਧਰਤੀ ਨੂੰ ਤਾਂ ਪਾਣੀ ਦੇ ਵਿੱਚ ਰੱਖ ਦਿੱਤਾ,
ਔਰ ਇਸੇ ਤਰ੍ਹਾਂ ਅਗਨੀ ਹੈ, ਪਾਣੀ ਦਰਿਆ ਵਹਿੰਦੇ ਹੈ, ਵਿੱਚ ਵੀ ਧਰਤੀ ਦੇ ਪਾਣੀ ਹੈ। ਜਿਹੜਾ ਆਕਾਸ਼ ਤੱਤ ਹੈ, ਪਰਮਾਤਮਾ ਨੇ ਬਿਨਾਂ ਹੀ ਥੰਮਾਂ ਤੋਂ ਇਸ ਨੂੰ ਟਿਕਾਇਆ ਹੋਇਆ ਹੈ। ਹਰ ਥਾਂ 'ਤੇ ਆਕਾਸ਼ ਵਿਆਪਕ ਹੈ। ਕਾਠੈ ਅੰਦਰ ਅਗਨ ਧਰ, ਕਰ ਪ੍ਰਫੁੱਲਤ ਸੁਫਲ ਫਲਾਇਆ। ਪਰਮਾਤਮਾ ਨੇ ਕਾਠ ਦੇ ਵਿੱਚ, ਲੱਕੜ ਦੇ ਵਿੱਚ ਅੱਗ ਰੱਖੀ ਹੈ। ਸਾਨੂੰ ਭਾਵੇਂ ਹਰੇ ਭਰੇ ਦਰਖਤ ਨਜ਼ਰ ਆਉਂਦੇ ਹੈ, ਪਰ ਇਹਨਾਂ ਹਰਿਆਂ ਦਰਖਤਾਂ ਦੇ ਵਿੱਚ ਵੀ ਅਗਨੀ ਹੈ। ਪਰਮਾਤਮਾ ਨੇ ਅੱਗ ਇਹਨਾਂ ਦੇ ਵਿੱਚ ਟਿਕਾ ਕੇ ਰੱਖੀ ਹੈ। ਕਰ ਪ੍ਰਫੁੱਲਤ ਸੁਫਲ ਫਲਾਇਆ। ਭਾਈ ਗੁਰਦਾਸ ਜੀ ਕਹਿੰਦੇ ਫਿਰ ਜਿੰਨੇ ਵੀ ਦਰਖਤ ਨੇ ਨਾ, ਇਹਨਾਂ ਨੂੰ ਪ੍ਰਫੁੱਲਤ ਰੱਖ ਕੇ, ਹਰੇ ਭਰੇ ਰੱਖ ਕੇ ਪਰਮਾਤਮਾ ਨੇ ਸਹਿਤ ਫਲਾਂ ਦੇ ਇਹਨਾਂ ਨੂੰ ਫਲਾਇਆ ਹੋਇਆ ਹੈ। ਇਹਨਾਂ ਨੂੰ ਫਲ ਲੱਗਦੇ ਨੇ, ਫੁੱਲ ਲੱਗਦੇ ਨੇ, ਪੱਤੇ ਨੇ, ਇਹ ਪ੍ਰਫੁੱਲਤ ਹਨ, ਫਲਾਂ ਦੇ ਸਹਿਤ ਰੱਖਿਆ ਹੈ। ਨਵੀ ਦੁਆਰੀ ਪਵਨ ਧਰ, ਭੈ ਵਿੱਚ ਸੂਰਜ ਚੰਦ ਚਲਾਇਆ। ਜਿਹੜੇ 9 ਦੁਆਰੇ ਹਨ, ਗੁਰਬਾਣੀ ਵਿੱਚ ਬਹੁਤ ਵਾਰਾਂ ਇਹਨਾਂ ਦਾ ਜ਼ਿਕਰ ਆਉਂਦਾ, ਕਈ ਵਾਰਾਂ ਆਪਾਂ ਸਰਵਣ ਕੀਤਾ ਹੈ। ਸਰੀਰ ਦੀਆਂ 9 ਗੋਲਕਾਂ ਵੀ ਇਹਨਾਂ ਨੂੰ ਕਹਿ ਦਿੰਦੇ, 9 ਦਰ ਹਨ। ਇਹ ਜਿਹੜੇ 9 ਦਰਵਾਜ਼ੇ ਨੇ, 2 ਅੱਖਾਂ, 2 ਨਾਸਕਾ, 2 ਕੰਨ, 1 ਮੁੱਖ, 2 ਮਲ ਮੂਤਰ ਦੇ ਦਰ, ਇਹ ਜਿਹੜੇ 9 ਦਰ ਹਨ, ਪਰਮਾਤਮਾ ਨੇ ਇਹਨਾਂ 9 ਹੀ ਦਰਾਂ ਦੇ ਵਿੱਚ ਪਵਨ ਧਰ, ਭਾਈ ਗੁਰਦਾਸ ਜੀ ਕਹਿੰਦੇ ਉਹਨੇ ਪੌਣ ਧਰੀ ਹੈ। ਹਵਾ ਜਿਹੜੀ ਹੈ ਨਾ, ਵਾਯੂ, ਇਹਨਾਂ 9 ਦਰਾਂ ਦੇ ਵਿੱਚ ਰੱਖੀ ਹੋਈ, ਤਾਂ ਹੀ ਤਾਂ ਬੰਦਾ ਸਰੀਰ ਦੀ ਕਿਰਿਆ ਕਰਦਾ ਹੈ। ਔਰ ਇਹ 9 ਦਰਾਂ ਦੇ ਵਿੱਚ ਪਵਨ ਰੱਖੀ ਹੈ, ਅਤੇ ਸਰੀਰ ਦੀ ਜਿਹੜੀ ਮੈਲ ਹੈ ਇਹਨਾਂ 9 ਦਰਵਾਜ਼ਿਆਂ ਰਾਹੀਂ ਬਾਹਰ ਨਿਕਲਦੀ ਹੈ। ਜੇ ਉਹਨੇ ਇਹ 9 ਦਰਾਂ ਦੇ ਵਿੱਚ ਪਵਨ ਨਾ ਰੱਖੀ ਹੁੰਦੀ, ਸਰੀਰ ਦੀ ਮੈਲ ਇਹ 9 ਦਰਵਾਜ਼ਿਆਂ ਤੋਂ ਬਾਹਰ ਨਹੀਂ ਸੀ ਆ ਸਕਦੀ। ਸਰੀਰ ਦੀ ਮੈਲ ਬਾਹਰ ਨਹੀਂ ਸੀ ਆ ਸਕਦੀ, ਅਤੇ ਫਿਰ ਬੰਦੇ ਨੇ ਬਹੁਤਾ ਸਮਾਂ ਨਹੀਂ ਸੀ ਕੱਢਣਾ, ਬਹੁਤ ਛੇਤੀ ਇਹਦੀ ਮੌਤ ਹੋ ਜਾਣੀ ਸੀ, ਝੱਟ ਹੀ ਮਰ ਜਾਣਾ ਸੀ ਇਹਨੇ। ਇਹ ਤਾਂ ਰੱਬ ਨੇ, ਭਾਈ ਗੁਰਦਾਸ ਜੀ ਕਹਿੰਦੇ ਉਹਦਾ ਸ਼ੁਕਰਾਨਾ ਕਰੋ। ਵੇਖ ਪਰਮਾਤਮਾ ਨੇ ਕਿੰਨੀ ਵੱਡੀ ਤੇਰੇ 'ਤੇ ਕਿਰਪਾ ਕੀਤੀ, ਇਕੱਲੇ 9 ਦਰ ਦਿੱਤੇ ਨਹੀਂ, ਉਹਨੇ ਕਿਰਿਆ ਕਰਨ ਦਾ ਬਲ ਦਿੱਤਾ, ਇਹਨਾਂ ਦੇ ਵਿੱਚ ਪੌਣ ਰੱਖੀ ਹੈ। ਭੈ ਵਿੱਚ ਸੂਰਜ ਚੰਦ ਚਲਾਇਆ। ਸੂਰਜ ਅਤੇ ਚੰਦਰਮਾ ਉਹ ਆਪਣੇ ਭੈ ਵਿੱਚ ਇਹਨਾਂ ਨੂੰ ਚਲਾ ਰਿਹਾ ਹੈ। ਸਾਰੇ ਉਹਦੇ ਭੈ ਵਿੱਚ ਨੇ, ਸਾਰੇ ਉਹਦੇ ਤੋਂ ਡਰਦੇ ਨੇ, ਕਿਤੇ ਹੁਕਮ ਅਦੂਲੀ ਨਾ ਹੋ ਜਾਏ, ਉਹਦੇ ਹੁਕਮ ਵਿੱਚ ਹੀ ਰਹੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮਾਰੂ ਰਾਗ ਵਿੱਚ ਮਹਾਰਾਜ ਦਾ ਇੱਕ ਸ਼ਬਦ ਆਉਂਦਾ ਹੈ, ਡਰਪੈ ਤਰਤ ਆਕਾਸ ਨਖੇਤਰਾ, ਸਿਰ ਊਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ, ਡਰਪੈ ਡਰਪੈ ਇੰਦਰ ਵਿਚਾਰਾ। ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ, ਸੋ ਧਨ ਸੁਹੇਲਾ, ਜੋ ਗੁਰ ਮਿਲ ਗਾਏ ਗੁਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਧਰਤੀ ਆਕਾਸ਼ ਸਾਰੇ ਡਰਦੇ ਨੇ ਪ੍ਰਭੂ ਤੋਂ। ਸਿਰ ਉੱਪਰ ਅਮਰ ਕਰਾਰਾ, ਇਹਨਾਂ ਸਾਰਿਆਂ ਦੇ ਸਿਰ ਉੱਤੇ ਨਾ ਪਰਮਾਤਮਾ ਦਾ ਅਮਰ, ਅਮਰ ਕਹਿੰਦੇ ਹੁਕਮ ਨੂੰ, ਪਰਮਾਤਮਾ ਦਾ ਹੁਕਮ ਹੈ ਇਹਨਾਂ ਸਾਰਿਆਂ ਦੇ ਸਿਰ ਦੇ ਉੱਤੇ। ਜਿਵੇਂ ਜਿਵੇਂ ਉਹ ਆਗਿਆ ਕਰਦਾ, ਉਵੇਂ ਉਵੇਂ ਇਹ ਚੱਲਦੇ ਨੇ। ਪੌਣ ਪਾਣੀ ਬੈ ਸੰਤਰ, ਡਰਪੈ ਡਰਪੈ ਇੰਦਰ ਵਿਚਾਰਾ। ਪੌਣ ਪਾਣੀ ਅਗਨੀ, ਇਹ ਸਾਰੇ ਹੀ ਡਰਦੇ ਨੇ, ਉਹਦੇ ਹੁਕਮ ਵਿੱਚ ਨੇ ਪ੍ਰਭੂ ਦੇ। ਇੰਦਰ ਵਿਚਾਰਾ, ਉਹ ਵੀ ਉਹਦੇ ਹੁਕਮ ਵਿੱਚ ਹੈ। ਦੇਹਾਂ ਨੂੰ ਧਾਰਨ ਵਾਲੇ ਅਸਥੂਲ ਸੂਖਸ਼ਮ ਸਾਰੇ ਹੀ ਉਹਦੇ ਤੋਂ ਡਰਦੇ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ, ਵਾਹਿਗੁਰੂ ਨੇ ਨਾ ਆਪਣੇ ਭੈ ਵਿੱਚ ਸੂਰਜ ਅਤੇ ਚੰਦ ਨੂੰ ਚਲਾਇਆ ਹੋਇਆ ਹੈ। ਨਿਰਭਉ ਆਪ ਨਿਰੰਜਨ ਰਾਇਆ। ਪਰਮਾਤਮਾ ਆਪ ਨਿਰਭਉ ਹੈ, ਉਹਨੂੰ ਕਿਸੇ ਦਾ ਭੈ ਨਹੀਂ। ਬਾਕੀ ਸਾਰਾ ਕੁਝ ਉਹਨੇ ਆਪਣੇ ਭੈ ਵਿੱਚ ਰੱਖਿਆ ਹੈ, ਪਰ ਪਰਮਾਤਮਾ ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ।
ਤੇ ਕਿੱਦਾਂ ਦਾ ਹੈ? ਆਪ ਨਿਰੰਜਨ ਰਾਇਆ। ਭਾਈ ਗੁਰਦਾਸ ਜੀ ਕਹਿੰਦੇ ਉਹ ਮਾਇਆ ਦੀ ਕਾਲਖ ਤੋਂ ਰਹਿਤ ਹੈ ਤੇ ਰਾਜਾ ਸਰੂਪ ਹੈ, ਸਾਰਿਆਂ ਦਾ ਰਾਜਾ ਹੈ, ਉਹ ਵੱਡਾ ਹੈ, ਨਿਰੰਜਨ। ਉਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ, ਮਾਇਆ ਦੀ ਕਾਲਖ ਉਹਨੂੰ ਕਾਲਿਆਂ ਨਹੀਂ ਕਰ ਸਕਦੀ, ਐਸਾ ਹੈ ਪ੍ਰਮਾਤਮਾ। ਅਗਲੀ 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹੈ ਪ੍ਰਮਾਤਮਾ ਕੁਦਰਤ ਵਿੱਚ ਵਸਦਾ ਹੈ ਤੇ ਕੁਦਰਤ ਤੋਂ ਪਰੇ ਵੀ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਲੱਖ ਅਸਮਾਨ ਉਚਾਣ ਚੜ, ਉੱਚਾ ਹੋਏ ਨਾ ਅੰਬੜ ਸਕੈ। ਲੱਖਾਂ ਹੀ ਅਸਮਾਨਾਂ ਦੀ ਉਚਾਈ ਦੇ ਉੱਤੇ ਚੜ੍ਹ ਕੇ ਕੋਈ ਉੱਚਾ ਹੋ ਖਲੋਵੇ, ਪਰ ਫਿਰ ਵੀ ਉਹ ਪ੍ਰਭੂ ਦੀ ਉਚਾਈ ਨੂੰ ਪਹੁੰਚ ਨਹੀਂ ਸਕਦਾ, ਉਹ ਏਡਾ ਉੱਚਾ ਹੈ। ਸਾਹਿਬ ਬਾਣੀ ਵਿੱਚ ਫਰਮਾਉਂਦੇ ਨੇ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉਹਦਾ ਦਰ ਸਾਰਿਆਂ ਤੋਂ ਉੱਚਾ ਹੈ। ਤੇ ਜਪਜੀ ਸਾਹਿਬ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਉਹ ਆਪ ਵੀ ਉੱਚਾ, ਉਹਦਾ ਨਾਮ ਹੀ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ। ਭਾਈ ਗੁਰਦਾਸ ਜੀ ਕਹਿੰਦੇ ਹੈ ਵੀ ਲੱਖਾਂ ਹੀ ਅਸਮਾਨਾਂ ਦੇ ਕੋਈ ਆਕਾਸ਼ ਦੇ ਵਿੱਚ ਉੱਤੇ ਚਲਿਆ ਜਾਵੇ। ਇੱਥੇ ਆਕਾਸ਼ ਦਾ ਭਾਵ ਇਹ ਹੈ ਵੀ ਜੋ ਅੱਖਾਂ ਦੇ ਨਾਲ ਸਾਨੂੰ ਤਾਰਾ ਮੰਡਲ ਦਿਸਦਾ ਹੈ ਨਾ, ਕੋਈ ਉੱਥੇ ਚਲਿਆ ਜਾਵੇ। ਜਦੋਂ ਉੱਥੇ ਜਾਵੇਗਾ ਉੱਚੇ ਥਾਂ 'ਤੇ, ਉਹਨੂੰ ਅੱਗੇ ਫਿਰ ਇੱਦਾਂ ਹੀ ਦਿਸਣਾ, ਹੋਰ ਉੱਤੇ ਤਾਰਾ ਮੰਡਲ, ਹੋਰ ਨੀਲਾ ਆਕਾਸ਼, ਉਹ ਉੱਥੇ ਤਾਂ ਚਲਿਆ ਜਾਵੇ, ਉਹਨੂੰ ਅੱਗੇ ਹੋਰ ਇੱਦਾਂ ਹੀ ਦਿਸਣਾ ਹੈ, ਅੰਤ ਨਹੀਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੱਖਾਂ ਹੀ ਆਕਾਸ਼ਾਂ ਦੇ ਉੱਤੇ ਚਲੇ ਜਾਵੇ ਬੰਦਾ, ਉੱਚਾ ਹੋ ਜਾਵੇ, ਪਰ ਪਰਮਾਤਮਾ ਕਿੰਨਾ ਕੁ ਉੱਚਾ ਹੈ, ਉਹਦੀ ਉਚਾਈ ਨੂੰ ਇਹ ਕਦੇ ਪਹੁੰਚ ਨਹੀਂ ਸਕਦਾ। ਇਹ ਤਾਂ ਉਹਦੀ ਕੁਦਰਤ ਹੈ ਜਿਹੜੀ ਉਹਨੇ ਸਾਜੀ ਹੈ, ਲੱਖਾਂ ਆਕਾਸ਼ ਬਣਾ ਦਿੱਤੇ ਹੈ, ਅਤੇ ਉਹਨਾਂ ਲੱਖਾਂ ਆਕਾਸ਼ਾਂ ਦੇ ਉੱਤੇ ਜਾ ਕੇ ਜਿੰਨਾ ਮਰਜ਼ੀ ਉੱਚਾ ਹੋ ਜਾਵੇ, ਪਰ ਪ੍ਰਭੂ ਨੂੰ ਉਹ ਫਿਰ ਵੀ ਨਹੀਂ ਪਹੁੰਚ ਸਕਦਾ। ਉਹਦੀ ਉਹ ਕਿੱਡਾ ਕੁ ਉੱਚਾ ਹੈ, ਇਹ ਨਹੀਂ ਬੰਦਾ ਜਾਣ ਸਕਦਾ। ਉੱਚੀ ਹੂੰ ਉੱਚਾ ਘਣਾ, ਥਾਓ ਗਿਰਾਓ ਨਾ ਨਾਓ ਅਥਕੈ। ਇੱਥੇ ਪਾਠ ਹੈ ਉੱਚੀ। ਉੱਚੀ ਹੂੰ ਉੱਚਾ ਘਣਾ। ਭਾਈ ਗੁਰਦਾਸ ਜੀ ਕਹਿੰਦੇ ਫਿਰ ਜਿਹੜੇ ਉੱਚੇ ਹਨ, ਆਪਣੇ ਆਪ ਨੂੰ ਉੱਚੇ ਕਹਾਉਂਦੇ ਹੈ, ਉਹ ਜਿੰਨੇ ਮਰਜ਼ੀ ਉੱਚੇ ਹੋ ਜਾਣ, ਪਰਮਾਤਮਾ ਉਹਨਾਂ ਤੋਂ ਵੀ ਉੱਚਾ ਹੈ। ਉੱਚੀ ਹੂੰ, ਜਿਹੜੀ ਸ੍ਰਿਸ਼ਟੀ, ਜਿਹੜੀ ਲੁਕਾਈ, ਕਹਿੰਦੀ ਬਹੁਤ ਉੱਚੀ ਹਾਂ, ਮਤਲਬ ਜਿਹੜੇ ਲੋਕ ਉੱਚੇ ਨੇ, ਉੱਚਾ ਘਣਾ, ਪਰਮਾਤਮਾ ਉਹਨਾਂ ਤੋਂ ਵੀ ਬਹੁਤਾ ਉੱਚਾ ਹੈ। ਉੱਚੇ ਤੋਂ ਭਾਵ ਇਹ ਹੈ ਵੀ ਉਹ ਵੱਡਾ ਹੈ, ਕੋਈ ਉਹਦੇ ਤੱਕ ਪਹੁੰਚ ਨਹੀਂ ਸਕਦਾ। ਉੱਚਿਆਂ ਤੋਂ ਵੀ ਉੱਚਾ ਹੈ। ਥਾਓ ਗਿਰਾਓ ਨਾ ਨਾਓ ਅਥਕੈ। ਉਸ ਦੇ ਗਿਰਾਉਂ ਦਾ ਅਰਥ ਹੁੰਦਾ ਪਿੰਡ, ਉਸ ਦੇ ਪਿੰਡ ਦਾ ਨਾ ਥਾਂ ਨਾ ਕੋਈ ਨਾਂ ਹੀ ਹੈ ਪਰਮਾਤਮਾ ਦਾ। ਜੇ ਕੋਈ ਪੁੱਛੇ ਉਹਦਾ ਪਿੰਡ ਕਿਹੜਾ, ਉਹਦੇ ਪਿੰਡ ਦਾ, ਹੁਣ ਬੰਦਿਆਂ ਨੂੰ ਪੁੱਛੀਦਾ ਭਾਈ ਕਿਹੜੇ ਪਿੰਡ ਰਹਿੰਦਾ, ਫਲਾਣਾ ਪਿੰਡ ਹੈ, ਫਲਾਣੇ ਜ਼ਿਲ੍ਹੇ ਵਿੱਚ ਹੈ, ਫਲਾਣੇ ਦੇਸ਼ ਵਿੱਚ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨਾ ਕੋਈ ਪਿੰਡ ਨਾ ਥਾਂ ਹੈ, ਨਾ ਕੋਈ ਉਹਦੇ ਥਾਂ, ਉਹਦੇ ਪਿੰਡ ਦਾ ਨਾਂ ਹੈ। ਅਥਕੈ, ਅਤੇ ਪਰਮਾਤਮਾ ਅਥੱਕ, ਥੱਕਣ ਵਾਲਾ ਨਹੀਂ ਹੈ, ਉਹ ਕਦੇ ਵੀ ਥੱਕਦਾ ਨਹੀਂ ਹੈ। ਸਾਰੀਆਂ ਥਾਵਾਂ 'ਤੇ ਤੁਰਦਾ ਫਿਰਦਾ ਹੈ। ਤੁਰਦਾ ਫਿਰਦੇ ਤੋਂ ਮਤਲਬ ਉਹ ਵਿਆਪਕ ਹੈ, ਹਰ ਥਾਂ 'ਤੇ ਵਸਦਾ ਹੈ। ਸਾਰੇ ਵਿਆਪਕ ਹੋ ਕੇ ਆਕਾਸ਼ਵਤ ਚੇਤਨ ਹੈ। ਆਕਾਸ਼ ਤੱਤ ਜਿਹੜਾ ਸਾਰੇ ਵਿਆਪਕ ਹੈ ਉਹ ਜੜ ਹੈ, ਪਰ ਪਰਮਾਤਮਾ ਵਿਆਪਕ ਸਾਰੇ ਹੈ, ਉਹ ਚੇਤਨ ਹੈ, ਕਦੇ ਥੱਕਦਾ ਨਹੀਂ। ਉਹਦਾ ਕੋਈ ਖਾਸ ਥਾਂ ਨਹੀਂ, ਉਹਦਾ ਕੋਈ ਖਾਸ ਪਿੰਡ ਨਹੀਂ, ਖਾਸ ਕੋਈ ਨਾਂ ਨਹੀਂ।
ਲੱਖ ਪਤਾਲ ਨੀਵਾਣ ਜਾਏ, ਨੀਵਾ ਹੋਏ ਨਾ ਨੀਵੈਂ ਤੱਕੈ। ਜੇ ਕੋਈ ਬੰਦਾ ਲੱਖਾਂ ਹੀ ਪਤਾਲਾਂ ਦੇ ਵਿੱਚ ਹੇਠਾਂ ਨੀਵਾਂ ਚਲਿਆ ਜਾਵੇ, ਲੱਖਾਂ ਪਤਾਲਾਂ ਦੇ ਵਿੱਚ ਜਾ ਵੜੇ, ਨੀਵਾਂ ਹੋ ਜਾਵੇ, ਨੀਵਾਂ ਹੋਏ ਨਾ ਨੀਵੈਂ ਤੱਕੈ। ਭਾਈ ਗੁਰਦਾਸ ਜੀ ਕਹਿੰਦੇ ਨੀਵਾਂ ਹੋ ਕੇ ਵੀ ਉਸ ਪ੍ਰਭੂ ਦੀ ਨਿਊਣਤਾ ਤੋਂ, ਨੀਵੇਂ ਤੋਂ ਮਤਲਬ ਡੂੰਘਾਈ, ਪਰਮਾਤਮਾ ਦੀ ਡੂੰਘਾਈ ਨੂੰ ਉਹ ਨਹੀਂ ਜਾਣ ਸਕਦਾ। ਲੱਖਾਂ ਆਕਾਸ਼ਾਂ ਦੇ ਵਿੱਚ ਉੱਚਾ ਚੜ੍ਹ ਕੇ ਉਹਦੀ ਉਚਾਈ ਨੂੰ ਨਹੀਂ ਜਾਣ ਸਕਦਾ। ਅਤੇ ਬੰਦਾ ਜੇ ਲੱਖਾਂ ਪਤਾਲ ਹੇਠਾਂ, ਧਰਤੀ ਦੇ ਹੇਠਾਂ ਲੱਖਾਂ ਹੀ ਪਤਾਲਾਂ ਚਲਿਆ ਜਾਵੇ ਤਾਂ ਉਹਦੀ ਡੂੰਘਾਈ ਨੂੰ ਨਹੀਂ ਜਾਣ ਸਕਦਾ। ਉਹ ਇੰਨਾ ਡੂੰਘਾ ਹੈ। ਪੂਰਬ ਪੱਛਮ ਉਤਰਾਦ, ਦੱਖਣ ਫੇਰ ਚੌਫੇਰ ਨਾ ਢੱਕੈ। ਇਹ ਚਾਰੇ ਦਿਸ਼ਾਵਾਂ, ਪੂਰਬ, ਪੱਛਮ, ਉੱਤਰ ਅਤੇ ਦੱਖਣ, ਇਹ ਚਾਰੇ ਪਾਸੇ, ਇਹਨਾਂ ਦੇ ਚਾਰੇ ਪਾਸੇ, ਚਾਰੇ ਦਿਸ਼ਾਵਾਂ ਨੇ ਨਾ, ਇਹਨਾਂ ਦੇ ਚਾਰੇ ਪਾਸੇ ਫਿਰਦਾ ਹੈ ਪਰਮਾਤਮਾ। ਮਤਲਬ ਇਹਨਾਂ ਚਾਰੇ, ਜਿਹੜੇ ਪਾਸੇ ਮਰਜ਼ੀ ਚਲੇ ਜਾਓ ਉੱਥੇ ਹੀ ਹੈ ਰੱਬ, ਉੱਥੇ ਹੀ ਵੱਸਦਾ ਹੈ। ਇਹ ਲੋਕਾਂ ਨੇ ਰੌਲਾ ਪਾਇਆ ਸੀ ਨਾ ਪਰਮਾਤਮਾ ਇਸ ਦਿਸ਼ਾ ਵਿੱਚ ਹੈ, ਅਤੇ ਮਹਾਰਾਜ ਨੇ, ਸਤਿਗੁਰੂ ਨੇ ਬਚਨ ਉਚਾਰੇ, ਕਲਗੀਧਰ ਜੀ ਦੇ ਬਚਨ ਪੜ੍ਹਦੇ ਹਾਂ ਅਤੇ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ। ਕੋ ਬਤਾਨ ਕੋ ਪੂਜਤ ਹੈ ਪਸ, ਕੋ ਮ੍ਰਿਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਹਾਰਾਜ ਕਹਿੰਦੇ ਉਹਦਾ ਭੇਦ ਨਹੀਂ ਕਿਸੇ ਨੇ ਪਾਇਆ, ਕੋਈ ਨਹੀਂ ਜਾਣ ਸਕਿਆ ਉਹਦੇ ਬਾਰੇ। ਕੋਈ ਦੱਖਣ ਵਿੱਚ ਕਹਿੰਦਾ ਸੀ ਰੱਬ ਵਸਦਾ, ਕੋਈ ਪੱਛਮ ਵਿੱਚ ਕਹਿੰਦਾ ਸੀ। ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹ ਮੁਕਾਮਾ। ਦਿਲ ਮਹਿ ਖੋਜ ਦਿਲੈ ਦਿਲ ਖੋਜਹੁ, ਇਹੀ ਠੌਰ ਮੁਕਾਮਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਦਿਲ ਵਿੱਚ ਵਸਦਾ ਹੈ, ਅੰਦਰ ਵੀ ਝਾਤ ਮਾਰ, ਅੰਤ ਨਹੀਂ ਤੂੰ ਉਹਦਾ ਪਾ ਸਕਦਾ। ਪੂਰਬ ਪੱਛਮ ਉੱਤਰ ਦੱਖਣ, ਚਾਰੇ ਦਿਸ਼ਾਵਾਂ ਦੇ ਚਾਰੇ ਪਾਸੇ ਫਿਰਦਾ ਹੈ, ਭਾਵ ਉਹ ਵਿਆਪਕ ਹੈ, ਨਾ ਢੱਕੈ। ਅਤੇ ਪਰਮਾਤਮਾ ਨੂੰ ਕਿਸੇ ਵਸਤੂ ਦੇ ਨਾਲ ਢੱਕਿਆ ਨਹੀਂ ਜਾ ਸਕਦਾ, ਕਿਉਂਕਿ ਢੱਕੀ ਤਾਂ ਉਹੀ ਵਸਤੂ ਜਾਂਦੀ ਹੈ ਜਿਹੜੀ ਅਸਥੂਲ ਹੈ, ਅਤੇ ਜਿਹਦਾ ਕੋਈ ਰੂਪ ਰੰਗ ਕੋਈ ਆਕਾਰ ਹੀ ਨਹੀਂ, ਉਹਨੂੰ ਢੱਕੇਗਾ ਕਿਵੇਂ ਬੰਦਾ? ਫਿਰ ਉਹ ਹੈ ਏਡਾ ਵੱਡਾ, ਢੱਕਣ ਵਾਸਤੇ ਕੀ ਲਿਆਵੇਗਾ? ਖੇਤ ਵਿੱਚ, ਘਰਾਂ ਵਿੱਚ, ਵਿਹੜੇ ਜਦੋਂ ਬੋਹਲ ਆਉਂਦਾ ਨਾ, ਦਾਣੇ ਆਉਂਦੇ, ਚਲੋ ਮੀਂਹ ਮਾ ਜਾਂਦਾ, ਉੱਤੇ ਢੱਕ ਦਿੰਦੇ ਉਹਨੂੰ, ਪੱਲੀ ਪਾ ਦਿਓ, ਤਰਪਾਲਾਂ ਪਾ ਦਿਓ, ਉਹ ਢੱਕਿਆ ਗਿਆ। ਰੱਬ ਨੂੰ ਨਹੀਂ ਕੋਈ ਢੱਕ ਸਕਦਾ, ਉਹ ਏਡਾ ਵੱਡਾ, ਏਡਾ ਵਿਸ਼ਾਲ ਹੈ, ਕਿਸੇ ਵਸਤੂ ਨਾਲ ਢੱਕਿਆ ਨਹੀਂ ਜਾ ਸਕਦਾ। ਢੱਕੀ ਚੀਜ਼ ਉਹੀ ਜਾ ਸਕਦੀ ਜਿਹੜੀ ਦਿਸਦੀ ਹੈ, ਉਹ ਦਿਸਦਾ ਹੀ ਨਹੀਂ, ਉਹਨੂੰ ਕਿਵੇਂ ਢੱਕੋਗੇ? ਓੜਕ ਮੂਲ ਨਾ ਲੱਭਈ, ਓਪਤ ਪਰਲੋ ਅੱਖ ਫਰਕੈ। ਪਰਮਾਤਮਾ ਦਾ ਮੁੱਢ ਅਤੇ ਉਹਦਾ ਓੜਕ ਅੰਤ ਕੋਈ ਵੀ ਨਹੀਂ ਲੱਭ ਸਕਦਾ। ਬੰਦਾ ਜਿੰਨੇ ਮਰਜ਼ੀ ਯਤਨ ਕਰ ਲਵੇ, ਨਾ ਉਹਦਾ ਮੁੱਢ ਲੱਭਣਾ ਹੈ, ਨਾ ਉਹਦਾ ਅੰਤ ਲੱਭਣਾ ਹੈ। ਓਪਤ ਪਰਲੋ, ਇੱਥੇ ਪਾਠ ਓਪਤ ਹੈ, ਓਪਤ ਪਰਲੋ ਅੱਖ ਫਰਕੈ। ਭਾਈ ਗੁਰਦਾਸ ਜੀ ਕਹਿੰਦੇ ਉਹ ਏਡੀ ਵੱਡੀ ਸਮਰੱਥਾ ਦਾ ਮਾਲਕ ਹੈ, ਇਹ ਇੱਕ ਅੱਖ ਫਰਕਣ ਦੇ ਸਮੇਂ ਵਿੱਚ ਸ੍ਰਿਸ਼ਟੀ ਨੂੰ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ, ਅਤੇ ਅੱਖ ਫਰਕਣ ਦੇ ਜਿੰਨਾ ਕੁ ਸਮਾਂ ਲੱਗਦਾ ਨਾ, ਇਹਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦਾ। ਉਹ ਪੈਦਾ ਵੀ ਕਰ ਸਕਦਾ ਹੈ ਅਤੇ ਨਾਸ਼ ਵੀ ਕਰ ਸਕਦਾ ਹੈ। ਸਾਲਾਂ ਬੱਧੀ ਮਹੀਨੇ ਨਹੀਂ, ਅੱਖ ਫਰਕ ਹੈ, ਅੱਖ ਦੇ ਫੋਰ ਵਿੱਚ ਉਹ ਏਡਾ ਤਾਕਤ ਵਾਲਾ ਹੈ। ਫੁੱਲਾਂ ਅੰਦਰ ਵਾਸ ਮਹਕੈ। ਵਾਹਿਗੁਰੂ ਪਰਮਾਤਮਾ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਮਹਿਕ ਰਹੀ ਹੈ, ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ, ਸਾਰੇ ਪਦਾਰਥਾਂ, ਹਰ ਥਾਂ 'ਤੇ ਪਰਮਾਤਮਾ ਮਹਿਕ ਰਿਹਾ ਹੈ, ਹਰ ਥਾਂ 'ਤੇ ਉਹ ਸੱਤਾ ਦੇ ਰਿਹਾ, ਹਰ ਥਾਂ 'ਤੇ ਉਹ ਵੱਸਦਾ ਹੈ। ਫੁੱਲ ਦਾ ਆਕਾਰ ਤਾਂ ਹੁੰਦਾ ਹੈ,
ਉਹਦਾ ਰੂਪ ਰੰਗ ਹੁੰਦਾ, ਪਰ ਸੁਗੰਧੀ ਦਾ ਕੋਈ ਆਕਾਰ ਨਹੀਂ ਹੁੰਦਾ। ਬੰਦਾ ਜਦੋਂ ਫੁੱਲਾਂ ਦੇ ਨੇੜੇ ਜਾਂਦਾ ਹੈ ਤਾਂ ਉਹਨੂੰ ਸੁਗੰਧੀ ਆਉਂਦੀ ਹੈ। ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਿਹੜੀ ਸ੍ਰਿਸ਼ਟੀ ਸਾਜੀ ਹੈ ਨਾ, ਆਪਾਂ ਰੋਜ਼ ਆਨੰਦ ਸਾਹਿਬ ਪੜ੍ਹਦੇ ਹਾਂ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਮਹਾਰਾਜ ਕਹਿੰਦੇ ਜਿਹੜਾ ਸੰਸਾਰ ਹੈ ਰੱਬ ਦਾ ਰੂਪ, ਪਰ ਤੇਰੇ ਕੋਲ ਅੱਖ ਨਹੀਂ, ਤੈਨੂੰ ਦਿਸਦਾ ਨਹੀਂ। ਫੁੱਲਾਂ 'ਚ ਜਿਵੇਂ ਸੁਗੰਧੀ ਹੈ, ਉੱਦਾਂ ਹੀ ਇਹ ਸਾਰੀ ਸ੍ਰਿਸ਼ਟੀ ਵਿੱਚ ਉਹ ਵਸਦਾ ਹੈ। ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜਹੁ ਪਾਈ। ਬਹੁਤ ਉਦਾਹਰਣਾਂ ਦੇ ਦੇ ਕੇ ਗੁਰੂ ਬਾਬਾ ਜੀ ਨੇ ਸਮਝਾਇਆ। ਸੋ ਫੁੱਲਾਂ ਵਿੱਚ ਸੁਗੰਧੀ ਜਿਵੇਂ ਹੈ, ਇਵੇਂ ਹੀ ਹਰ ਥਾਂ 'ਤੇ ਵਾਹਿਗੁਰੂ ਵਸਦਾ ਹੈ। ਅਗਲੀ 7ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਓਅੰਕਾਰ ਆਕਾਰ ਕਰ, ਥਿਤ ਵਾਰ ਨਾ ਮਾਹੋ ਜਣਾਇਆ। ਇੱਥੇ ਦੋ ਨੰਨੇ ਨਹੀਂ, ਇੱਕੋ ਹੀ ਨੰਨਾ ਹੈ। ਥਿਤ ਵਾਰ ਨਾ ਮਾਹੋ ਜਣਾਇਆ। ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਨੇ, ਓਅੰਕਾਰ ਨੇ ਇਹ ਸਾਰਾ ਆਕਾਰ ਪੈਦਾ ਕੀਤਾ ਜੋ ਦਿਸਦਾ ਹੈ। ਥਿਤ ਵਾਰ ਨਾ ਮਾਹੋ ਜਣਾਇਆ। ਅਤੇ ਉਦੋਂ ਕੀ ਥਿਤ ਦਾ ਹੁੰਦਾ, ਤਿਥੀ ਭਾਵ ਤਰੀਕ ਕੀ ਸੀ, ਵਾਰ ਕੀ ਸੀ, ਐਤਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਕਿਹੜਾ ਵਾਰ ਸੀ, ਅਤੇ ਮਾਹੋ ਮਹੀਨਾ ਕਿਹੜਾ ਸੀ, ਇਹ ਕਿਸੇ ਨੂੰ ਨਹੀਂ ਜਣਾਇਆ ਪਰਮਾਤਮਾ ਨੇ। ਜਦੋਂ ਪਰਮਾਤਮਾ ਨੇ ਇਹ ਆਕਾਰ ਬਣਾਇਆ, ਨਾ ਕੋਈ ਤਰੀਕ ਜਾਣਦਾ, ਨਾ ਮਹੀਨਾ ਜਾਣਦਾ ਹੈ, ਨਾ ਹੀ ਕੋਈ ਵਾਰ ਜਾਣਦਾ ਹੈ। ਇਹ ਭਾਈ ਗੁਰਦਾਸ ਜੀ ਨੇ ਗੁਰਬਾਣੀ ਦੀ ਹੀ ਵਿਆਖਿਆ ਕੀਤੀ। ਜਪਜੀ ਸਾਹਿਬ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਉਹ ਸਾਰੀ ਪੌੜੀ ਪੜ੍ਹੋ। ਉੱਥੇ ਮਹਾਰਾਜ ਨੇ ਸਿੱਧਾਂ ਦੇ ਨਾਲ ਜਦੋਂ ਚਰਚਾ ਹੋਈ, ਸਿੱਧਾਂ ਨੇ ਪੁੱਛਿਆ ਸੀ ਵੀ ਜਦੋਂ ਸ੍ਰਿਸ਼ਟੀ ਰਚੀ ਗਈ ਕੋਈ ਵਾਰ ਕੋਈ ਮਹੀਨਾ, ਮਹਾਰਾਜ ਕਹਿੰਦੇ ਨਾ ਨਾ, ਇਹਨੂੰ ਕੋਈ ਨਹੀਂ ਜਾਣਦਾ, ਜਿਹੜਾ ਸਾਜਣ ਵਾਲਾ ਉਹੀ ਜਾਣਦਾ ਹੈ, ਕਿਉਂਕਿ ਸਾਰਾ ਕੁਝ ਤਾਂ ਉਹਨੇ ਸਾਜਿਆ ਬਣਾਇਆ। ਵਾਰ ਮਹੀਨੇ ਜਦੋਂ ਸੀ ਨਹੀਂ ਕੁਝ, ਸੋਨੀ ਸੁੰਨ ਸੀ, ਅਤੇ ਵਾਰ ਮਹੀਨੇ ਰੁੱਤਾਂ ਕਿੱਥੋਂ ਆ ਜਾਣੀਆਂ ਸਨ। ਇਹ ਤਾਂ ਜਦੋਂ ਉਹਨੇ ਸਾਜ ਦਿੱਤਾ, ਬਣਾ ਦਿੱਤਾ, ਰੁੱਤਾਂ ਸ਼ੁਰੂ ਹੋ ਗਈਆਂ, ਫਿਰ ਸਾਰਾ ਕੁਝ ਬਾਅਦ ਵਿੱਚ ਸ਼ੁਰੂ ਹੋਇਆ। ਸੋ ਕੋਈ ਥਿਤ ਵਾਰ ਅਤੇ ਮਹੀਨਾ ਨਹੀਂ ਜਾਣਦਾ। ਨਿਰੰਕਾਰ ਆਕਾਰ ਵਿਣ, ਏਕੰਕਾਰ ਨਾ ਅਲਖ ਲਖਾਇਆ। ਪਰਮਾਤਮਾ ਆਪ ਨਿਰੰਕਾਰ ਜਿਹੜਾ ਨਾ, ਉਹ ਆਕਾਰ ਤੋਂ ਬਿਨਾਂ ਹੈ, ਉਹਦਾ ਕੋਈ ਆਕਾਰ ਨਹੀਂ। ਜਿਵੇਂ ਸਰੀਰ ਦੇ ਆਕਾਰ ਹੁੰਦੇ ਆ ਨਾ, ਉੱਤੇ ਸਿਰ ਲਾਇਆ, ਬਾਹਾਂ ਲਾਈਆਂ, ਮੋਢੇ, ਸਾਰੇ ਸਰੀਰ ਦਾ ਆਕਾਰ। ਪਰਮਾਤਮਾ ਦਾ ਕੋਈ ਆਕਾਰ ਨਹੀਂ। ਜਿਹੜੀ ਆਤਮਾ ਨਾ ਪ੍ਰਭੂ ਦੀ ਜੋਤ ਇਸ ਸਰੀਰ ਵਿੱਚ, ਉਹਦਾ ਵੀ ਕੋਈ ਆਕਾਰ ਨਹੀਂ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਨਿਰੰਕਾਰ ਆਕਾਰ ਤੋਂ ਬਿਨਾਂ ਹੈ, ਅਤੇ ਏਕੰਕਾਰ ਪਰਮਾਤਮਾ ਆਪ ਅਲੱਖ ਹੈ, ਲਖਿਆ ਨਹੀਂ ਜਾਣ ਵਾਲਾ। ਉਹਨੇ ਆਪਣਾ ਆਪ ਕਿਸੇ ਨੂੰ ਜਣਾਇਆ ਹੀ ਨਹੀਂ ਹੈ, ਆਪਣੇ ਬਾਰੇ ਨਹੀਂ ਦੱਸਿਆ ਉਹਨੇ ਕਿਸੇ ਨੂੰ ਸਾਰਾ ਭੇਦ ਨਹੀਂ ਦਿੱਤਾ। ਜਿਵੇਂ ਕਿਸੇ ਬੰਦੇ ਨੂੰ ਆਪਣੀ ਜਾਣ ਪਛਾਣ ਕਰਾਉਣੀ ਪੈਂਦੀ ਹੈ ਨਾ, ਮੈਂ ਫਲਾਣੇ ਥਾਂ ਜਨਮ ਲਿਆ, ਫਲਾਣੇ ਘਰਾਣੇ ਵਿੱਚੋਂ ਆ, ਫਲਾਣੇ ਪਿੰਡੋਂ ਆਇਆ, ਉਹਨੇ ਨਹੀਂ ਦੱਸਿਆ ਕਿਸੇ ਨੂੰ, ਜਣਾਉਂਦਾ ਨਹੀਂ ਆਪਣੇ ਬਾਰੇ। ਆਪੇ ਆਪ ਉਪਾਏ ਕੈ, ਆਪੇ ਆਪਣਾ ਨਾਉ ਧਰਾਇਆ। ਆਪਣੇ ਆਪ ਤੋਂ ਹੀ ਉਹਨੇ ਆਪਣੇ ਆਪ ਨੂੰ ਪੈਦਾ ਕੀਤਾ ਹੈ। ਉਹਨੂੰ ਕਿਸੇ ਮਾਂ ਬਾਪ ਨੇ ਜਨਮ ਨਹੀਂ ਦਿੱਤਾ, ਉਹਦਾ ਕਾਰਨ ਕੋਈ ਨਹੀਂ ਹੈ। ਘੜੇ ਦਾ ਕਾਰਨ ਜਿਵੇਂ ਮਿੱਟੀ ਹੈ, ਘੁਮਿਆਰ ਹੈ, ਅਸੀਂ ਜਨਮ ਲਿਆ ਮਾਂ ਬਾਪ ਦੇ ਰਾਹੀਂ, ਉਹਦਾ ਕੋਈ ਕਾਰਨ ਨਹੀਂ। ਨਾ ਤਤ ਹੈ, ਨਾ ਮਤ ਹੈ, ਨਾ ਜਤ ਹੈ, ਨਾ ਪਤ ਹੈ, ਨਾ ਮਾਂ, ਨਾ ਪਿਓ, ਨਾ ਜਾਤ, ਨਾ ਪਾਤ, ਕੁਛ ਨਹੀਂ। ਨਮਸਤੰ ਅਮਜਬੇ, ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਤੇਰਾ ਕੋਈ ਧਰਮ ਨਹੀਂ, ਨਾ ਤੂੰ ਸਿੱਖ, ਨਾ ਈਸਾਈ, ਨਾ ਯਹੂਦੀ, ਨਾ ਪਾਰਸੀ, ਨਾ ਜੈਨੀ,
ਤੂੰ ਤਾਂ ਮਜ਼ਹਬ ਤੋਂ ਬਿਨਾਂ ਹੈ। ਸੋ ਪਰਮਾਤਮਾ ਨੇ ਆਪਣੇ ਆਪ ਤੋਂ ਹੀ ਆਪਣੇ ਆਪ ਨੂੰ ਪੈਦਾ ਕੀਤਾ ਹੈ, ਆਪੇ ਆਪਣਾ ਨਾਮ ਤਰਾਇਆ, ਅਤੇ ਵਾਹਿਗੁਰੂ ਨੇ ਆਪ ਹੀ ਆਪਣਾ ਨਾਮ ਰਖਵਾਇਆ ਹੈ। ਸ੍ਰਿਸ਼ਟੀ ਨੂੰ ਪੈਦਾ ਕੀਤਾ, ਜੀ ਜੰਤ ਬਣ ਗਏ ਸਾਰੇ, ਅਤੇ ਮਨੁੱਖ ਨੂੰ ਉਹਨੇ ਇਹਦੀ ਬੁੱਧੀ, ਇਹਦੀ ਅਕਲ ਦੇ ਵਿੱਚ ਨਾ ਇਹ ਗਿਆਨ ਪਾ ਦਿੱਤਾ ਆਪਣਾ। ਉਹਨੇ ਨਾਮ ਵੀ ਆਪਣਾ ਆਪ ਹੀ ਰਖਾਇਆ ਹੈ, ਬੰਦੇ ਨੂੰ ਸੋਝੀ ਬਖਸ਼ ਦਿੱਤੀ। ਉਹ ਪ੍ਰਭੂ ਨੂੰ ਨਮਸਕਾਰਾਂ ਕਰਦਾ, ਅਰਦਾਸਾਂ ਕਰਦਾ, ਹੇ ਨਿਰੰਕਾਰ, ਹੇ ਪ੍ਰਭੂ, ਐ ਦੀਨ ਦਿਆਲ ਵਾਹਿਗੁਰੂ, ਉਹਨੇ ਨਾਂ ਆਪ ਹੀ ਰਖਾਇਆ ਹੈ। ਆਦਿ ਪੁਰਖ ਆਦੇਸ ਹੈ ਭੀ ਹੋਸੀ ਹੋਂਦਾ ਆਇਆ। ਭਾਈ ਗੁਰਦਾਸ ਜੀ ਕਹਿੰਦੇ ਉਹ ਆਦ ਸਾਰਿਆਂ ਦਾ ਮੁੱਢ ਹੈ। ਜਿਹੜਾ ਸਾਰਿਆਂ ਦਾ ਮੁੱਢ ਹੈ, ਉਸ ਆਦ ਪੁਰਖ ਪਰਮਾਤਮਾ ਨੂੰ ਆਦੇਸ਼ ਹੈ, ਮੇਰੀ ਨਮਸਕਾਰ ਹੈ। ਮੈਂ ਮੱਥਾ ਟੇਕਦਾ ਵਾਹਿਗੁਰੂ ਦੇ ਚਰਨਾਂ ਵਿੱਚ। ਹੈ ਭੀ ਹੋਸੀ, 3 ਸ਼ਬਦ ਹੈ, ਕਹਿੰਦੇ ਉਹ ਹੁਣ ਵੀ ਹੈ, ਕਿਤੇ ਨਹੀਂ ਗਿਆ ਹੋਇਆ। ਭੀ, ਉਹ ਪਿੱਛੇ ਵੀ ਸੀ, ਪਹਿਲਾਂ ਵੀ ਸੀ। ਹੋਸੀ, ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਹੁੰਦਾ ਆਇਆ, ਆਦਿ ਕਾਲ ਤੋਂ ਉਹ ਹੁੰਦਾ ਆਇਆ ਹੈ। ਕਦੇ ਕੋਈ ਐਸਾ ਸਮਾਂ ਨਹੀਂ ਵੀ ਜਦੋਂ ਪ੍ਰਭੂ ਨਾ ਹੋਵੇ। ਉਹ ਸ਼ੁਰੂ ਤੋਂ ਹੁੰਦਾ ਆਇਆ ਹੈ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ ਮੂਲ ਮੰਤਰ ਵਿੱਚ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਹਿਲਾਂ ਵੀ, ਹੁਣ ਵੀ, ਅਤੇ ਅੱਗੇ ਵੀ। ਉਹ ਤਾਂ 3 ਕਾਲਾਂ ਵਿੱਚ ਹੈ। ਆਦ ਨ ਅੰਤ ਬੇਅੰਤ ਹੈ, ਆਪੇ ਆਪ ਨ ਆਪ ਗਣਾਇਆ। ਪਰਮਾਤਮਾ ਦਾ ਨਾ ਆਦ ਹੈ, ਨਾ ਅੰਤ ਹੈ, ਨਾ ਉਹਦਾ ਮੁੱਢ ਹੈ, ਨਾ ਅੰਤ ਹੈ। ਕਿਉਂ? ਕਿਉਂਕਿ ਉਹ ਬੇਅੰਤ ਹੈ। ਆਪੇ ਆਪ ਨਾ ਆਪ ਗਣਾਇਆ, ਉਹ ਆਪਣੇ ਆਪ ਹੀ ਹੈ ਸਭ ਕੁਝ, ਅਤੇ ਫਿਰ ਉਹ ਆਪਣਾ ਆਪ ਜਤਾਉਂਦਾ ਨਹੀਂ। ਬੰਦੇ ਨੂੰ ਥੋੜ੍ਹੀ ਜਿਹੀ ਪਾਵਰ ਮਿਲੇ ਨਾ, ਉਹ ਦੱਸਦਾ ਆਕੜ ਆਕੜ ਕੇ ਮੈਂ ਵੱਡਾ ਹਾਂ, ਮੇਰੇ ਕੋਲ ਤਾਕਤ ਹੈ, ਸ਼ਕਤੀ ਹੈ, ਮੈਂ ਮਾਇਆ ਧਾਰੀ ਹਾਂ। ਮਹਾਰਾਜ ਕਹਿੰਦੇ ਉਹ ਏਡਾ ਵੱਡਾ ਉਹ ਨਹੀਂ ਜਣਾਉਂਦਾ। ਉਹ ਦੱਸਦਾ ਹੀ ਨਹੀਂ ਮੈਂ ਵੱਡਾ ਹਾਂ, ਕਿਸੇ ਨੂੰ ਨਹੀਂ ਜਣਾਉਂਦਾ। ਆਪੇ ਆਪ ਉਪਾਏ ਸਮਾਇਆ। ਪਰਮਾਤਮਾ ਆਪਣੇ ਆਪ ਇਸ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਦਾ ਹੈ, ਅਤੇ ਫਿਰ ਆਪ ਹੀ ਇਹਨੂੰ ਸਮਾ ਲੈਂਦਾ ਹੈ। ਇਹਨੂੰ ਆਪ ਹੀ ਵਾਹਿਗੁਰੂ ਖਤਮ ਕਰ ਦਿੰਦਾ ਹੈ। ਪੈਦਾ ਵੀ ਉਹ ਆਪ ਕਰਦਾ। ਜਬੁਦ ਕਰਹ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਪੈਦਾ ਕਰਨ ਵਾਲਾ ਵੀ, ਲੈਤਾ ਕਰਨ ਵਾਲਾ ਵੀ ਵਾਹਿਗੁਰੂ ਆਪ ਹੈ। 8ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਹੈ ਕਿ ਜੋ ਕੁਝ ਪਰਮਾਤਮਾ ਨੇ ਬਣਾਇਆ ਨਾ, ਵਾਹਿਗੁਰੂ ਇਹਦੇ ਤੋਂ ਵੀ ਪਰੇ ਹੈ। ਰੋਮ ਰੋਮ ਵਿੱਚ ਰੱਖਿਓਨ, ਕਰ ਵਰ ਭੰਡ ਕਰੋੜ ਸਮਾਈ। ਪਰਮਾਤਮਾ ਨੇ ਕਰੋੜਾਂ ਬ੍ਰਹਿਮੰਡਾਂ ਨੂੰ ਆਪਣੇ ਇੱਕ ਇੱਕ ਰੋਮ ਦੇ ਵਿੱਚ ਸਮਾ ਕੇ ਰੱਖਿਆ ਹੋਇਆ ਹੈ। ਜਿਵੇਂ ਬੰਦੇ ਦੇ ਸਰੀਰ 'ਤੇ ਰੋਮ ਹੁੰਦੇ ਆ ਨਾ, ਗਿਣਤੀ ਕੋਈ ਨਹੀਂ ਕਿੰਨੇ ਰੋਮ ਹਨ। ਇਸੇ ਤਰ੍ਹਾਂ ਪਰਮਾਤਮਾ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਸਮਾਏ ਹੋਏ ਹੈ। ਉਹ ਏਡਾ ਵੱਡਾ ਹੈ। ਕੇਵਡ ਵੱਡਾ ਆਖੀਐ, ਕਿਤ ਘਰ ਵਸੈ ਕੇਵਡ ਜਾਈ। ਭਾਈ ਗੁਰਦਾਸ ਜੀ ਕਹਿੰਦੇ ਹੁਣ ਤੁਸੀਂ ਆਪ ਸੋਚੋ ਵੀ ਜਿਹਦੇ ਇੱਕ ਰੋਮ ਦੇ ਵਿੱਚ ਹੀ ਕਰੋੜਾਂ ਬ੍ਰਹਿਮੰਡ ਹਨ, ਉਹਨੂੰ ਕਿੱਡਾ ਕੁ ਵੱਡਾ ਆਖੀਏ। ਉੱਥੇ ਤਾਂ ਸਾਰੇ ਸ਼ਬਦ ਮੁੱਕ ਜਾਂਦੇ, ਗੱਲਾਂ ਮੁੱਕ ਜਾਂਦੀਆਂ, ਬੰਦੇ ਦੀ ਸੋਚਣ ਸ਼ਕਤੀ ਮੁੱਕ ਜਾਂਦੀ, ਕਿਉਂਕਿ ਇੱਕ ਬ੍ਰਹਿਮੰਡ ਦਾ ਹੀ ਬੰਦਾ ਅੰਤ ਨਹੀਂ ਪਾ ਸਕਦਾ। ਅਤੇ ਉਹਦੇ ਤਾਂ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ। ਕਿੰਨੇ ਰੋਮ ਹੋਣਗੇ, ਕਿੰਨੇ ਬ੍ਰਹਿਮੰਡ ਹੋਣਗੇ। ਇਹ ਤਾਂ ਗਿਣਤੀਆਂ ਮਿਣਤੀਆਂ ਤੋਂ ਸਾਰੀ ਗੱਲ ਬਾਹਰ ਚਲੀ ਗਈ। ਕਹਿੰਦੇ ਭਾਈ ਸਾਹਿਬ ਜੀ ਕਹਿੰਦੇ ਵੇਖੋ ਉਹਨੂੰ ਕਿੱਡਾ ਕੁ ਦੱਸੀਏ।
ਕਿਤ ਘਰ ਵਸੈ ਕੇਵਡ ਜਾਈ। ਤੇ ਫਿਰ ਪਰਮਾਤਮਾ ਕਿਹੜੇ ਘਰ ਵਿੱਚ ਵਸਦਾ ਹੈ ਤੇ ਉਹਦੀ ਕਿਹੜੀ ਜਗ੍ਹਾ ਹੈ, ਕੋਈ ਅੰਤ ਨਹੀਂ ਹੈ। ਉਹਦੇ ਘਰ ਦਾ ਵੀ ਪਤਾ ਨਹੀਂ, ਉਹਦੇ ਥਾਂ ਦਾ ਵੀ ਪਤਾ ਨਹੀਂ, ਜਗ੍ਹਾ ਦਾ ਵੀ ਪਤਾ ਨਹੀਂ। ਆਪਾਂ ਰੋਜ਼ ਜਪਜੀ ਸਾਹਿਬ ਵਿੱਚ ਵੀ ਸੋਦਰ ਦੀ ਪੌੜੀ ਪੜ੍ਹਦੇ ਹਾਂ ਅਤੇ ਰਹਿਰਾਸ ਸਾਹਿਬ ਦੇ ਵਿੱਚ ਵੀ ਸੋਦਰ ਦਾ ਸ਼ਬਦ ਪੜ੍ਹਦੇ ਹਾਂ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ, ਹੇ ਪ੍ਰਭੂ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਤੇਰਾ ਉਹ ਦਰ, ਤੇਰਾ ਉਹ ਘਰ ਕਿਹੋ ਜਿਹਾ ਹੈ, ਜਿਤ ਬਹਿ, ਜਿੱਥੇ ਬਹਿ ਕੇ ਸਰਬ ਸੰਭਾਲ, ਤੂੰ ਸਾਰਿਆਂ ਦੀ ਸੰਭਾਲ ਕਰਦਾ। ਜਿੱਥੇ ਬੈਠ ਕੇ, ਜਿਸ ਘਰ ਵਿੱਚ ਤੂੰ ਬਹਿ ਕੇ ਸਾਰਿਆਂ ਨੂੰ ਸੰਭਾਲਦਾ, ਉਹ ਕਿੱਡਾ ਕੁ ਹੈ, ਕਿੱਥੇ ਹੈ, ਕੋਈ ਬੰਦਾ ਨਹੀਂ ਜਾਣ ਸਕਦਾ। ਤੋ ਭਾਈ ਗੁਰਦਾਸ ਜੀ ਕਹਿੰਦੇ, ਵੇਖੋ ਪਰਮਾਤਮਾ, ਉਹਦਾ ਘਰ ਅਤੇ ਉਹਦੀ ਜਗ੍ਹਾ ਕਿੱਡੀ ਕੁ ਹੈ, ਇਸ ਨੂੰ ਕੋਈ ਵੀ ਸਮਝ ਨਹੀਂ ਸਕਦਾ, ਕੋਈ ਵੀ ਜਾਣ ਨਹੀਂ ਸਕਦਾ ਹੈ। ਇੱਕ ਕਵਾਓ ਅਮਾਓ ਹੈ। ਤੇ ਪਰਮਾਤਮਾ ਦਾ ਜਿਹੜਾ ਇੱਕ ਬੋਲ ਹੈ, ਕਵਾਓ ਉਹਦਾ ਵਾਕ ਹੈ, ਜਿਹੜਾ ਅਮਾਓ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ ਮਿਣਤੀ ਤੋਂ ਰਹਿਤ ਹੈ। ਉਹਦੇ ਬੋਲ ਦੀ ਕੋਈ ਮਿਣਤੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹਦੇ ਇੱਕ ਬੋਲ ਤੋਂ ਲੱਖਾਂ ਦਰਿਆ, ਲੱਖਾਂ ਧਰਤੀਆਂ, ਲੱਖਾਂ ਆਕਾਸ਼, ਲੱਖਾਂ ਪਤਾਲ, ਇਹ ਸਾਰੇ ਹੀ ਬਣ ਜਾਂਦੇ ਹੈ। ਇੱਕ ਕਵਾਓ ਅਮਾਓ ਹੈ, ਲੱਖ ਦਰਿਆਓ ਨਾ ਕੀਮਤ ਪਾਈ। ਅਤੇ ਲੱਖਾਂ ਦਰਿਆ ਜਿਹੜੇ ਬਣੇ ਨੇ ਉਹਦੇ ਇੱਕ ਬੋਲ ਤੋਂ। ਐਸਾ ਹੈ ਪਰਮਾਤਮਾ, ਉਹਦੇ ਇੱਕ ਵਾਕ ਦੀ ਕੀਮਤ ਨਹੀਂ ਕੋਈ ਪਾ ਸਕਦਾ, ਕੋਈ ਮੁੱਲ ਨਹੀਂ ਪਾ ਸਕਦਾ। ਦੁਨੀਆ ਵਿੱਚ ਅਸੀਂ ਵੇਖਦੇ ਹਾਂ ਨਾ, ਮਨੁੱਖ ਕੋਲ ਥੋੜ੍ਹੀ ਜਿਹੀ ਸਮਝ ਸੂਝ ਹੁੰਦੀ ਵੀ ਆਹ ਕੰਮ ਇੱਦਾਂ ਨਹੀਂ, ਇੱਦਾਂ ਕਰੋ। ਕਿਸੇ ਕੋਲ ਵਿੱਦਿਆ ਹੈ, ਉਹ ਪੜ੍ਹਾਉਂਦਾ ਹੈ ਅਤੇ ਉਹ ਆਪਣੇ ਵਾਕ ਦਾ, ਆਪਣੇ ਕਹੇ ਬੋਲਾਂ ਦਾ ਮੁੱਲ ਲੈਂਦਾ ਹੈ ਵੀ ਮੈਂ ਤੁਹਾਡੇ ਬੱਚਿਆਂ ਨੂੰ ਪੜ੍ਹਾਉਣਾ, ਇੰਨੀ ਫੀਸ ਹੈ। ਭਾਈ ਗੁਰਦਾਸ ਜੀ ਕਹਿੰਦੇ ਰੱਬ ਦਾ ਵਾਕ, ਉਹਦਾ ਤਾਂ ਕੋਈ ਮੁੱਲ ਹੀ ਨਹੀਂ ਹੈ, ਕੋਈ ਕੀਮਤ ਨਹੀਂ ਪਾ ਸਕਦਾ। ਉਹਦੇ ਇੱਕ ਵਾਕ ਤੋਂ ਜਿਹੜਾ ਮਿਣਤੀ ਤੋਂ ਰਹਿਤ ਹੈ, ਲੱਖਾਂ ਦਰਿਆ ਜਿਹੜੇ ਉਹ ਪੈਦਾ ਹੋ ਜਾਂਦੇ ਹੈ ਅਤੇ ਫਿਰ ਲੱਖਾਂ ਦਰਿਆਵਾਂ ਦੀ ਕੀਮਤ ਨਹੀਂ ਪਾਈ ਜਾਂਦੀ। ਪਰਵਦਗਾਰ ਅਪਾਰ ਹੈ, ਪਾਰਾਵਾਰ ਨਾ ਅਲਖ ਲਖਾਈ। ਪਰਵਦਗਾਰ ਕਹਿੰਦੇ ਉਹ ਪਾਲਣਾ ਕਰਨ ਵਾਲਾ ਹੈ, ਸਾਰਿਆਂ ਦੀ ਪਰਵਰਿਸ਼ ਕਰਦਾ ਹੈ ਪਰਮਾਤਮਾ। ਅਪਾਰ ਹੈ, ਉਹ ਪਾਰਾਵਾਰ ਤੋਂ ਰਹਿਤ ਹੈ। ਪਾਰਾਵਾਰ ਨਾ ਅਲਖ ਲਖਾਈ, ਉਹ ਪਰਵਦਗਾਰ ਸਾਰਿਆਂ ਦਾ ਪਾਲਕ ਹੈ, ਕੋਈ ਪਾਰਾਵਾਰ ਨਹੀਂ, ਅਪਾਰ ਹੈ। ਅਤੇ ਫਿਰ ਉਹ ਅਲਖ ਹੈ। ਅਲਖ ਤੋਂ ਭਾਵ ਲਖਤਾ ਤੋਂ ਰਹਿਤ, ਜਾਣਨ ਤੋਂ ਰਹਿਤ। ਉਹ ਅਲਖ ਹੁੰਦਾ ਹੋਇਆ ਆਪਣੇ ਆਪ ਬਾਰੇ ਕਿਸੇ ਨੂੰ ਲਿਖਾਉਂਦਾ ਨਹੀਂ, ਜਣਾਉਂਦਾ ਨਹੀਂ ਹੈ। ਏ ਵੱਡ ਵੱਡਾ ਹੋਏ ਕੈ, ਕਿੱਥੈ ਰਹਿਆ ਆਪ ਲੁਕਾਈ। ਭਾਈ ਗੁਰਦਾਸ ਜੀ ਕਹਿੰਦੇ ਏਡਾ ਵੱਡਾ ਹੋ ਕੇ ਪਰਮਾਤਮਾ, ਹੇ ਪ੍ਰਭੂ ਤੂੰ ਇੰਨਾ ਵੱਡਾ ਹੋ ਕਰਕੇ ਅਤੇ ਕਿੱਥੇ ਲੁਕ ਕੇ ਰਹਿੰਦਾ ਹੈ। ਤੂੰ ਵੱਡਾ ਤਾਂ ਏਡਾ ਹੈ ਵੀ ਇਹ ਸ੍ਰਿਸ਼ਟੀ ਦੇ ਵਿੱਚ ਵੀ ਨਹੀਂ ਆ ਸਕਦਾ, ਇਹਦੇ ਤੋਂ ਵੀ ਵੱਡਾ ਹੈ, ਅਤੇ ਤੂੰ ਆਪਣਾ ਆਪ ਲੁਕਾ ਕੇ ਕਿੱਥੇ ਰੱਖ ਛੱਡਿਆ ਹੈ। ਪ੍ਰਭੂ ਨੂੰ ਸੰਬੋਧਨ ਕਰਦੇ ਹੈ, ਸੁਰ ਨਰ ਨਾਥ ਰਹੇ ਲਿਵ ਲਾਈ। ਸੁਰ ਦੇਵਤੇ, ਨਰ ਮਨੁੱਖ ਅਤੇ ਨਾਥ ਲੋਕ, ਇਹ ਸਾਰੇ ਜੋਗੀ ਲੋਕ ਲਿਵ ਲਾ ਲਾ ਕੇ ਥੱਕ ਗਏ।
ਪਰ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ। ਬੜੀ ਸ੍ਰਿਸ਼ਟੀ ਆਈ ਇੱਥੇ, ਬੜੇ ਲੋਕ ਆਏ, ਜਤੀ ਸਤੀ ਤਪਸਵੀ ਪੀਰ ਪੈਗੰਬਰ ਔਲੀਏ ਲਿਵ ਲਾਉਂਦੇ ਰਹੇ, ਪਰ ਤੇਰਾ ਅੰਤ ਕੋਈ ਨਹੀਂ ਲੱਭ ਸਕਿਆ, ਕਿਉਂਕਿ ਤੂੰ ਬੇਅੰਤ ਹੈ। ਅੰਤ ਕਉ ਚਾਹਨ ਜੋ ਗਏ, ਸੇ ਆਏ ਅਨੰਤ ਗਵਾਏ। ਜਿਹੜੇ ਰੱਬ ਦਾ ਅੰਤ ਲੱਭਣਾ ਚਾਹੁੰਦੇ ਸੀ, ਉਹਨਾਂ ਦਾ ਆਪਣਾ ਅੰਤ ਹੋ ਗਿਆ, ਦੁਨੀਆ ਤੋਂ ਤੁਰ ਗਏ, ਪਰ ਪ੍ਰਭੂ ਦਾ ਅੰਤ ਕੋਈ ਨਹੀਂ ਪਾ ਸਕਿਆ। ਕਾਦਰ ਦੀ ਇਹ ਜਿਹੜੀ ਕੁਦਰਤ ਹੈ, ਪਰਮਾਤਮਾ ਇਹਦੇ ਤੋਂ ਵੀ ਅਗੰਮ ਹੈ, ਉਹ ਇਹਦੇ ਤੋਂ ਵੀ ਪਰੇ ਹੈ। ਉਹਨੂੰ ਬੇਅੰਤ ਬੇਅੰਤ ਕਹਿ ਕੇ ਉਹਦੇ ਅੱਗੇ ਨਮਸਕਾਰ ਕਰਨੀ ਬਣਦੀ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਦੇ ਰਾਹੀਂ ਵਾਹਿਗੁਰੂ ਜੀ ਦੀਆਂ ਸਿਫਤਾਂ ਉਪਮਾ ਉਹਦੀ ਵਡਿਆਈ ਕਰ ਰਹੇ ਨੇ। ਸੋ ਇੱਥੋਂ ਤੱਕ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਏ ਵੱਡ ਵੱਡਾ ਹੋਏ ਕੈ, ਕਿੱਥੈ ਰਹਿਆ ਆਪ ਲੁਕਾਈ, ਸੁਰ ਨਰ ਨਾਥ ਰਹੇ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।